ਲੰਮੇ ਸਮੇਂ ਤੋਂ ਸੰਘਰਸ਼ ਹੋ ਰਹੇ ਨੇ, ਤੁਹਾਨੂੰ ਲੱਗਦਾ ਇਹ ਵਾਪਸ ਹੋਣਗੇ? ਜਿੰਨਾ ਚਿਰ ਸਾਡੇ ਆਰਡੀਨੈਂਸ ਰੱਦ ਨਹੀਂ ਕੀਤੇ ਜਾਂਦੇ ਉਹਨਾਂ ਚਿਰ ਪੰਜਾਬ ਦੇ ਵਿੱਚ ਕੋਈ ਰਿਲਾਇੰਸ ਦਾ ਜਾਂ ਟੋਲ ਪਲਾਜ਼ਾ ਨਹੀਂ ਚੱਲੇ। ਕੀਤੀ ਜਾਵੇ ਰਾਜਨੀਤਿਕ ਪਾਰਟੀਆਂ ਦੀ, ਉਹ ਵੀ ਆਪਣੀ ਡਫਲੀ ਵਜਾ ਰਹੇ ਨੇ। ਕੋਈ ਚੰਡੀਗੜ੍ਹ ਨੂੰ ਟਰੈਕਟਰ ਲੈ ਕੇ ਤੁਰ ਪੈਂਦਾ। ਅੱਜ ਕਾਕਾ ਰਣਦੀਪ ਸਿੰਘ ਅਮਲੋਹ ਤੋਂ ਚੱਲੇ ਨੇ ਗੋਬਿੰਦਗੜ੍ਹ ਨੂੰ। ਤੁਹਾਨੂੰ ਕੀ ਲੱਗਦਾ ਇਹਦੇ ਨਾਲ ਕੀ ਫਰਕ ਪਊ? ਇਹ ਤਾਂ ਇੱਕ ਸਿਰਫ ਡਫਲੀ ਵਜਾਉਣ ਨੂੰ ਸਾਡੇ ਵਿੱਚ ਛੱਡੇ ਨੇ। ਜੇ ਇਹਨਾਂ ਨੂੰ ਇੰਨਾ ਲੱਗਦਾ ਵੀ ਸਾਡਾ ਆਧਾਰ ਹੈ ਜਾਂ ਅਸੀਂ ਜਿੱਤ ਕਰ ਲੈ, ਫਿਰ ਪਿੰਡਾਂ 'ਚ ਵੜ ਕੇ ਦੇਖ ਲੈਣ। ਉਹ ਉੱਪਰ ਇਕੱਠ ਦਿਖਾ ਕੇ ਹੁਣ ਕਾਰ ਦੇ ਵਿੱਚ 2 ਬੰਦੇ ਨਹੀਂ ਹੁੰਦੇ, ਕਾਫਲਾ ਲੰਬਾ ਬਣਾ ਲੈਂਦੇ ਨੇ। ਤੋੜ ਮਰੋੜ ਕੇ ਹਾਰ ਇਹਨਾਂ ਦੇ ਗਲਾਂ 'ਚ ਨਹੀਂ ਨਾ ਪਾਉਂਦੇ, ਉਹਨਾਂ ਚਿਰ ਅਸੀਂ ਇਹਨਾਂ ਦਾ ਘਰੋ ਕਰਾਂਗੇ। ਬਿਲਕੁਲ ਨਹੀਂ ਅਸੀਂ ਇੱਥੇ ਕਿਸੇ ਨੂੰ ਵੀ 1 ਲੀਟਰ ਦੀ ਵੀ ਇਜਾਜ਼ਤ ਦਿੰਦੇ ਤੇਲ ਪਾਉਣ ਦੀ। ਅਕਾਲੀ ਦਲ ਕਹਿੰਦਾ ਵੱਡੀ ਕੁਰਬਾਨੀ ਦੇਤੀ। ਪਹਿਲਾਂ ਅਸਤੀਫਾ ਦਿੱਤਾ ਗਿਆ ਬੀਬਾ ਵੱਲੋਂ, ਤੇ ਹੁਣ ਉਹਨਾਂ ਨੇ ਆਪਣਾ ਜੋ ਨਾਤਾ ਸੀਗਾ 9 ਮਾਹ ਦਾ ਨਾਤਾ ਉਹ ਵੀ ਤੋੜ ਲਿਆ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਬਿਲਕੁਲ ਦਿਨ ਦੇ ਦੁਪਹਿਰੇ ਇਹ ਗਬੜ ਝੂਠ ਵੱਢੀ ਜਾਂਦੇ ਨੇ ਜੀ। ਕੇਂਦਰ ਸਰਕਾਰ ਵੱਲੋਂ ਕਿਸਾਨਾਂ ਤੇ ਥੋਪੇ ਗਏ ਕਾਲੇ ਕਾਨੂੰਨ, ਜੋ ਕਿ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਵੀ ਲਾਗੂ ਕੀਤੇ ਗਏ। ਕਿਸਾਨ ਜਥੇਬੰਦੀਆਂ ਵੱਡੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਨੇ, ਇਹਨਾਂ ਬਿੱਲਾਂ ਦਾ ਵਿਰੋਧ ਕਰ ਰਹੀਆਂ ਨੇ, ਪਰ ਰਾਸ਼ਟਰਪਤੀ ਸਾਹਿਬ ਨੇ ਵੀ ਇਹਨਾਂ ਨੂੰ ਮਨਜ਼ੂਰੀ ਦੇ ਦਿੱਤੀ। ਇਹਦੇ ਸਬੰਧ ਵਿੱਚ ਪੰਜਾਬ ਦੀਆਂ ਕਿਸਾਨ ਯੂਨੀਅਨ ਦੀਆਂ 31 ਜਥੇਬੰਦੀਆਂ ਵੱਲੋਂ ਰਣਨੀਤੀ ਤਿਆਰ ਕੀਤੀ ਗਈ ਆ, ਜਿਸ ਦੇ ਸਬੰਧ ਵਿੱਚ ਟੋਲ ਪਲਾਜ਼ਾ ਜਾਮ ਕਰਨੇ ਨੇ, ਉਹਨਾਂ ਤੇ ਬੈਰੀਅਰ ਤੇ ਜੋ ਪਰਚੀ ਲੱਗਦੀ ਆ ਉਹ ਪਰਚੀ ਮੁਕਤ ਕਰ ਦੇਣੀ ਆ, ਵਾਹਨ ਬਿਨਾਂ ਪਰਚੀ ਤੋਂ ਨਿਕਲਣਗੇ, ਅਤੇ ਰਿਲਾਇੰਸ ਪੰਪਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ ਤਾਂ ਕਿ ਜੋ ਇਹ ਕਾਰਪੋਰੇਟ ਘਰਾਣੇ ਨੇ, ਵੱਡੇ ਘਰਾਣੇ ਨੇ, ਇਹ ਇੱਥੇ ਇਹਨਾਂ ਦੇ ਜੋ ਬਿਜ਼ਨਸ ਨੇ ਉਹ ਬੰਦ ਕੀਤੇ ਜਾ ਸਕਣ ਤਾਂ ਕਿ ਸੈਂਟਰ ਸਰਕਾਰ ਦੀਆਂ ਜੜ੍ਹਾਂ ਹਿੱਲ ਜਾਣ। ਇਸ ਸੰਬੰਧ ਵਿੱਚ ਸਾਡੇ ਨਾਲ ਕਿਸਾਨ ਆਗੂ ਨੇ ਜਿਨ੍ਹਾਂ ਨੇ ਰਿਲਾਇੰਸ ਪੰਪ ਦਾ ਘਿਰਾਓ ਕੀਤਾ, ਉਹਨਾਂ ਨਾਲ ਕਰਦੇ ਹਾਂ ਗੱਲ। ਹਾਂਜੀ ਵੀਰ ਜੀ, ਕੀ ਨਾਮ ਹੈ ਜੀ ਆਪਣਾ? ਆਪਣਾ ਗੁਰਜੀਤ ਸਿੰਘ ਆ ਜੀ, ਪਿੰਡ ਦਰਗਾਪੁਰ ਤੋਂ। ਇਹ ਗੁਰਜੀਤ ਸਿੰਘ ਜੀ, ਤੁਸੀਂ ਦੱਸੋਗੇ ਅੱਜ ਦਾ ਜੋ ਉਰੇ ਪ੍ਰਦਰਸ਼ਨ ਕੀਤਾ ਜਾ ਰਿਹਾ ਰਿਲਾਇੰਸ ਪੰਪ ਤੇ ਤੁਸੀਂ ਧਰਨਾ ਲਗਾਇਆ ਜੀ? ਇਹ ਰਿਲਾਇੰਸ ਪੰਪ ਦਾ ਜਿਹੜਾ ਪ੍ਰਦਰਸ਼ਨ ਹੈ ਜੀ, ਇਹ ਕਿਸਾਨ ਜਥੇਬੰਦੀ ਦੀ ਉੱਪਰੋਂ ਮੁੱਢਲਾ ਫੈਸਲਾ ਜੀ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜੀ। ਤੇ ਜਿਹੜੇ ਲੋਕ ਹਾਲੇ ਤੱਕ ਰਿਲਾਇੰਸ ਦਾ ਬਾਈਕਾਟ ਨਹੀਂ ਕੀਤਾ, ਉਹਨਾਂ ਨੇ ਵੀ ਇਹਨਾਂ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਜਾਵੇ ਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ। ਅਸੀਂ ਕਿਸੇ ਨਾਲ ਕੋਈ ਧੱਕਾ ਨਹੀਂ ਕਰਦੇ, ਅਸੀਂ ਹੱਥ ਬੰਨ੍ਹ ਕੇ ਕਹਿ ਰਹੇ ਲੋਕਾਂ ਨੂੰ ਵੀ ਜਿਹੜੇ ਲੋਕ ਬੜੇ ਘਰਾਣੇ ਨੇ, ਅਡਾਨੀ ਅਬਾਨੀ, ਇਹ ਆਪਣਾ ਧੱਕਾ ਕਰਦੇ ਨੇ, ਇਹਨਾਂ ਦਾ ਜਨਤਕ ਤੌਰ ਤੇ ਸਾਰਾ ਬਾਈਕਾਟ ਕੀਤਾ ਜਾਵੇ ਜੀ। ਜੇ ਗੱਲ ਕੀਤੀ ਜਾਵੇ ਕਾਲੇ ਕਾਨੂੰਨ ਦੀ ਜੋ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਨੇ, ਵੱਡੇ ਲੰਮੇ ਸਮੇਂ ਤੋਂ ਸੰਘਰਸ਼ ਹੋ ਰਹੇ ਨੇ, ਤੁਹਾਨੂੰ ਲੱਗਦਾ ਇਹ ਵਾਪਸ ਹੋਣਗੇ? ਬਿਲਕੁਲ ਜੀ, ਸਾਨੂੰ ਵਿਸ਼ਵਾਸ ਆ ਸਾਡੇ ਤੇ। ਹਾਂਜੀ। ਤੇ ਜਿਹੜਾ ਕਿਸਾਨ ਹੈ ਸਾਡਾ, ਨਵਾਂ ਨੌਜਵਾਨ ਹੈ, ਸਾਰਾ ਉਹ ਇੱਕ ਮੰਚ ਤੇ ਇਕੱਠਾ ਹੋ ਗਿਆ ਤੇ ਜਥੇਬੰਦੀਆਂ ਇੱਕ ਮੰਚ ਤੇ ਇਕੱਠੀਆਂ ਹੋ ਚੁੱਕੀਆਂ ਨੇ ਤੇ ਸਾਨੂੰ ਇਹਦੇ ਨਾਲ ਪੂਰਨ ਤੌਰ ਤੇ ਵਿਸ਼ਵਾਸ ਹੈ। ਇਹ ਜਿੰਨੇ ਮਰਜ਼ੀ ਕਾਲੇ ਕਾਨੂੰਨ ਤਾਂ ਪਹਿਲਾਂ ਤੋਂ ਆਉਂਦੇ ਰਹੇ ਨੇ ਤੇ ਜਦੋਂ ਲੋਕ ਇੱਕ ਲਹਿਰ ਬਣੀ ਹੈ ਉਹਦੇ ਵਿੱਚ, ਤਾਂ ਇਹ ਕਾਨੂੰਨ ਹਮੇਸ਼ਾ ਰੱਦ ਹੋਏ ਜੀ। ਜੇ ਗੱਲ ਕੀਤੀ ਜਾਵੇ ਟੋਲ ਪਲਾਜ਼ਿਆਂ ਦੀ, ਤਾਂ ਟੋਲ ਪਲਾਜ਼ਾ ਕਾਫੀ ਸਮੇਂ ਤੋਂ ਇਹ ਕਾਲ ਕੀਤੀ ਗਈ ਆ, ਜਥੇਬੰਦੀਆਂ ਦੀ ਮੀਟਿੰਗ ਹੋਈ ਆ। ਆਪਣੇ ਇਲਾਕੇ 'ਚ ਦੇਖਿਆ ਜਾਵੇ ਹਾਲੇ ਵੀ ਟੋਲ ਪਲਾਜ਼ੇ ਖੁੱਲ੍ਹੇ ਨੇ, ਕਿਸਾਨ ਜਥੇਬੰਦੀਆਂ ਵੱਲੋਂ ਉਹਨਾਂ ਦਾ ਘਿਰਾਓ ਕੀਤਾ ਨਹੀਂ ਗਿਆ। ਨਹੀਂ, ਅਸੀਂ ਬਿਲਕੁਲ ਜੀ, ਸਾਨੂੰ ਹਾਈ ਕਮਾਂਡ ਦਾ ਅੱਜ ਫੈਸਲਾ ਹੋਇਆ, ਅੱਜ ਫੋਨ ਆਇਆ ਹੁਣੇ ਵੀ ਕੱਲ੍ਹ ਤੋਂ ਟੋਲ ਪਲਾਜ਼ਾ ਅਸੀਂ 9 ਵਜੇ ਤੋਂ ਲੈ ਕੇ ਪੱਕੇ ਜਨਤਕ ਤੌਰ ਤੇ ਬੰਦ ਕਰ ਰਹੇ ਹਾਂ। ਉੱਥੇ ਪੱਕਾ ਮੋਰਚਾ ਲੱਗੂਗਾ ਤੇ ਟੋਲ ਵੀ ਬੰਦ ਰਹੂਗਾ ਤੇ ਰਿਲਾਇੰਸ ਦਾ ਪੰਪ ਵੀ ਬੰਦ ਰਹੂਗਾ ਤੇ ਅਸੀਂ ਪੂਰਨ ਤੌਰ ਤੇ ਬਾਈਕਾਟ ਰੱਖਾਂਗੇ ਇਹਨਾਂ ਦਾ। ਜਿੰਨਾ ਚਿਰ ਸਾਡੇ ਆਰਡੀਨੈਂਸ ਰੱਦ ਨਹੀਂ ਕੀਤੇ ਜਾਂਦੇ ਉਹਨਾਂ ਚਿਰ ਪੰਜਾਬ ਦੇ ਵਿੱਚ ਕੋਈ ਰਿਲਾਇੰਸ ਦਾ ਜਾਂ ਟੋਲ ਪਲਾਜ਼ਾ ਨਹੀਂ ਚੱਲੂ। ਇਹ ਅਣਮਿੱਥੇ ਸਮੇਂ ਲਈ ਹੋਊਗਾ, ਡੇ ਨਾਈਟ ਦਾ ਧਰਨਾ ਹੋਊ? ਹਾਂਜੀ, ਡੇ ਨਾਈਟ ਦਾ ਧਰਨਾ ਹੋਊਗਾ ਜੀ, ਅਣਮਿੱਥੇ ਸਮੇਂ ਲਈ ਜੀ। ਜੇ ਗੱਲ ਕੀਤੀ ਜਾਵੇ ਰਾਜਨੀਤਿਕ ਪਾਰਟੀਆਂ ਦੀ, ਉਹ ਵੀ ਆਪਣੀ ਡਫਲੀ ਵਜਾ ਰਹੇ ਨੇ। ਕੋਈ ਚੰਡੀਗੜ੍ਹ ਨੂੰ ਟਰੈਕਟਰ ਲੈ ਕੇ ਤੁਰ ਪੈਂਦਾ। ਅੱਜ ਕਾਕਾ ਰਣਦੀਪ ਸਿੰਘ ਅਮਲੋਹ ਤੋਂ ਚੱਲੇ ਨੇ ਗੋਬਿੰਦਗੜ੍ਹ ਨੂੰ। ਤੁਹਾਨੂੰ ਕੀ ਲੱਗਦਾ ਇਹਦੇ ਨਾਲ ਕੀ ਫਰਕ ਪਊਗਾ? ਇਹ ਤਾਂ ਸਿਰਫ ਮਿਸ਼ਨ ਫੇਲ ਕਰਨ ਨੂੰ ਵਿੱਚ ਵੜਦੇ ਨਹੀਂ, ਇਹਨਾਂ ਨਾਲ ਸਾਨੂੰ ਤਾਂ ਕੋਈ ਫਰਕ ਨਹੀਂ ਪੈਣਾ। ਜੇ ਇਹਨਾਂ ਨਾਲ ਫਰਕ ਪੈਂਦਾ ਹੁੰਦਾ, ਇਹਨਾਂ ਤਾਂ ਅਸੀਂ ਪਹਿਲਾਂ ਚੁਣ ਕੇ ਭੇਜਤਾ ਸੀ। ਜੇ ਇਹਨਾਂ ਨਾਲ ਸਾਡਾ ਫਰਕ ਪੈਂਦਾ ਹੁੰਦਾ ਤਾਂ ਸਾਨੂੰ ਅੱਜ ਕਾਹਨੂੰ ਤੱਤੀਆਂ ਲੀਹਾਂ ਤੇ ਜਾਂ ਤੱਤੀਆਂ ਸੜਕਾਂ 'ਤੇ ਬੈਠਣਾ ਪੈਂਦਾ। ਇਹਨਾਂ ਤੋਂ ਤਾਂ ਅਸੀਂ ਕੋਈ ਆਸ ਹੀ ਨਹੀਂ ਲਾਈ ਜੀ। ਇਹ ਤਾਂ ਇੱਕ ਸਿਰਫ ਡਫਲੀ ਵਜਾਉਣ ਨੂੰ ਸਾਡੇ ਵਿੱਚ ਛੱਡੇ ਨੇ ਵੀ ਮਿਸ਼ਨ ਸ਼ਾਇਦ ਪਤਾ ਨਹੀਂ ਕਿਸਾਨ ਫਟ ਜਾਣਗੇ। ਕਿਸਾਨ ਇੱਕ ਨੇ, ਇਹਦਾ ਪਰਸੋਂ ਕਾ ਭਾਜਪਾ ਨੇ ਇੱਕ ਕਰਿਆ ਵੀ ਕਿਸਾਨ ਨੂੰ ਤੁਸੀਂ ਜਾਗਰੂਕ ਕਰੋ। ਉੱਥੇ ਪੱਤਰਕਾਰ ਗਏ ਸੀ ਪ੍ਰੈਸ ਵੱਲੋਂ, ਉਹਨਾਂ ਨੇ ਪੁੱਛਿਆ ਵੀ ਤੁਸੀਂ ਆਰਡੀਨੈਂਸ ਬਾਰੇ ਕੀ ਜਾਣਦੇ ਹੋ। ਉਹ ਜਦ ਉਹਨਾਂ ਦੇ ਮੂੰਹ ਢਕੇ ਵੇ ਸੀ ਕਰੋਨਾ ਦਾ ਨਾਂ ਲੈ ਕੇ ਤੇ ਬੋਲ ਹਿੰਦੀ ਰਹੇ ਸੀ। ਪਤਾ ਨਹੀਂ ਕਿਹੜੀਆਂ ਸਟੇਟਾਂ ਤੋਂ ਲਿਆ ਕੇ ਭਾਜਪਾ ਵਾਲਿਆਂ ਨੇ ਕਹਿਤਾ ਵੀ ਕਿਸਾਨ ਸਾਡੇ ਨਾਲ ਤੁਰ ਪਏ। ਕਿਸਾਨ ਤਾਂ ਇੱਥੇ ਸੜਕਾਂ 'ਤੇ ਬੈਠਾ, ਜਥੇਬੰਦੀਆਂ ਦੇ ਵਿੱਚ ਬੈਠਾ। ਕਿਸਾਨ ਨਾਲ ਇਹਨਾਂ ਨਾਲ ਸਿਆਸੀ ਪਾਰਟੀ ਨਾਲ ਕੋਈ ਕਿਸਾਨ ਦਾ ਲੈਣ ਦੇਣ ਨਹੀਂ ਹੈ। ਜੇ ਗੱਲ ਕਰੀਏ ਟਰੈਕਟਰਾਂ ਦੇ ਕਾਫਲੇ ਵੱਡੇ ਲੰਬੇ ਸੀਗੇ, ਉਹਨਾਂ 'ਚ ਵੀ ਕਿਸਾਨ ਬੈਠੇ ਨੇ, ਉਹ ਕਿਉਂ ਨਹੀਂ ਆਪਣੀਆਂ ਜਥੇਬੰਦੀਆਂ ਨਾਲ ਜੁੜਦੇ? ਕਿਸਾਨ ਨੇ, ਖੇਤੀ ਨਾਲ ਜੁੜੇ ਹੋਏ ਨੇ, ਜਥੇਬੰਦੀਆਂ ਵੱਡੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਨੇ।
ਕਿਸਾਨਾਂ ਦੇ ਹੱਕਾਂ ਲਈ ਲੜ ਰਹੀਆਂ ਨੇ, ਚਾਹੇ ਉਹ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਉਣ ਬਾਰੇ ਆ ਜਾਂ ਹੋਰ ਕੋਈ ਵੀ ਧੱਕਾ ਹੁੰਦਾ ਏ, ਮੰਡੀਆਂ 'ਚ ਵੱਧ ਤੋੜ ਲੱਗਦਾ ਏ, ਇਸ ਦੇ ਸੰਘਰਸ਼ ਕਿਸਾਨ ਯੂਨੀਅਨ ਲੜਦੀ ਹੈ। ਤੇ ਕਿਸਾਨ ਅੱਜ ਵੀ ਰਾਜਨੀਤਿਕ ਪਾਰਟੀਆਂ ਦੇ ਨਾਲ ਤੁਰਦੇ ਨੇ। ਤੁਹਾਨੂੰ ਕੀ ਲੱਗਦਾ, ਕੀ ਲਾਲਚ ਹੈ? ਨਹੀਂ, ਕਿਸਾਨ ਨਹੀਂ ਤੁਰ ਰਹੇ ਜੀ। ਕਿਸਾਨ ਤਾਂ ਦੇਖੋ 2 ਤੋਂ 3 ਨੇ ਪਿੰਡ ਦੇ ਵਿੱਚੋਂ ਜੀ। ਤੇ ਮੰਨ ਲਓ ਗੱਲ ਜੇ ਹੁਣ ਇੱਕ ਹਲਕੇ ਨੂੰ ਘੱਟੋ ਘੱਟ 200-250 ਪਿੰਡ ਪੈਂਦਾ ਜੀ, ਉਹਦੇ ਵਿੱਚ ਜੇ 3-3 ਟਰੈਕਟਰ ਨਿਕਲੇ ਕਾਫਲਾ ਤਾਂ ਬਣ ਜਾਂਦਾ ਜੀ। ਇਹਨਾਂ ਦਾ ਵੈਸੇ ਧਰਤੀ ਦੇ ਆਧਾਰ ਕੋਈ ਨਹੀਂ ਹੈਗਾ। ਜੇ ਇਹਨਾਂ ਨੂੰ ਇੰਨਾ ਲੱਗਦਾ ਵੀ ਸਾਡਾ ਆਧਾਰ ਹੈ ਜਾਂ ਅਸੀਂ ਜਿੱਤ ਕਰ ਲੈ, ਫਿਰ ਪਿੰਡਾਂ 'ਚ ਵੜ ਕੇ ਦੇਖ ਲੈਣ। ਕਿਸੇ ਪਿੰਡ ਦੇ ਵਿੱਚ ਜਾ ਕੇ ਤਾਂ ਦੇਖਣ ਵੀ ਇਹਨਾਂ ਦੀ ਜਿਹੜਾ ਗਰਾਊਂਡ ਲੈਵਲ ਆ ਉਹ ਕੀ ਹੈ ਇਹਨਾਂ ਦਾ। ਇਹ ਤਾਂ ਬਾਹਰ ਲੋਕਾਂ ਨੇ ਕੱਢ ਤੇ ਵਿੱਚੋਂ ਤੇ ਜਥੇਬੰਦੀਆਂ ਨਾਲ ਜੁੜੇ ਹੋਏ ਨੇ। ਸਾਰਾ ਜਿਹੜਾ ਨਵਾਂ ਨੌਜਵਾਨ ਪੀੜ੍ਹੀ ਹੈ ਉਹ ਸਾਰੀ ਜਥੇਬੰਦੀਆਂ ਨਾਲ। ਕਿਸਾਨ ਯੂਨੀਅਨ ਜਿੰਦਾਬਾਦ, ਭਾਰਤੀ ਕਿਸਾਨ ਯੂਨੀਅਨ। ਜੇ ਗੱਲ ਕੀਤੀ ਜਾਵੇ ਬੀਜੇਪੀ ਦੀ, ਅੱਗੇ ਇਲੈਕਸ਼ਨ ਆ ਰਹੇ ਨੇ, ਤੁਹਾਨੂੰ ਲੱਗਦਾ ਬੀਜੇਪੀ ਪਿੰਡਾਂ 'ਚ ਵੜ ਸਕੂ? ਨਹੀਂ, ਬੀਜੇਪੀ ਤਾਂ ਦੇਖੋ ਪਹਿਲੇ ਨਹੀਂ ਪੰਜਾਬ 'ਚ ਕੋਈ ਵੜਨ ਦਿੰਦਾ ਸੀ ਇਹਨੂੰ। ਆ ਜਿਹੜੇ ਹੁਣ ਕਾਲੇ ਕਾਨੂੰਨ ਬਣਾਏ ਨੇ, ਇਹ ਤੋਂ ਬਾਅਦ ਇਹਨਾਂ ਦਾ ਕੀ ਹੱਲ ਹੋ ਜਾਊਗਾ ਮੈਨੂੰ ਤਾਂ ਲੱਗਦਾ ਨਹੀਂ ਹੈਗਾ। ਹੱਲ ਤਾਂ ਉਹਨਾਂ ਦੇ ਨਹੀਂ ਹੋ, ਜਿਹੜੇ ਭਾਈਵਾਲੀ ਨਾਤਾ ਤੋੜ ਕੇ ਆ ਗਏ ਉਹਨਾਂ ਨੂੰ ਨਹੀਂ ਕੋਈ ਵੜਨ ਦੇ ਰਿਹਾ। ਜੇ ਦੇਖੋ ਬਿਨਾਂ ਸਿਕਿਉਰਿਟੀ ਤੋਂ ਆ ਕੇ ਦੇਖ ਲੈਣੇ ਪਿੰਡਾਂ ਦੇ ਵਿੱਚ, ਇਹਨਾਂ ਨੂੰ ਆਪਦੇ ਆਪ ਪਤਾ ਲੱਗ ਜਾਊ ਵੀ ਸਾਡੀ ਗਰਾਊਂਡ ਲੈਵਲ ਕੀ ਹੈ। ਉਹ ਉੱਪਰ ਇਕੱਠ ਦਿਖਾ ਕੇ ਹੁਣ ਕਾਰ ਦੇ ਵਿੱਚ 2 ਬੰਦੇ ਨਹੀਂ ਹੁੰਦੇ, ਕਾਫਲਾ ਲੰਬਾ ਬਣਾ ਲੈਂਦੇ ਨੇ। ਤੇ ਜਿਹੜੇ ਜ਼ਿਮੀਂਦਾਰ ਨੇ ਉਹ ਬੈਠੇ ਨੇ ਕਾਫਲਿਆਂ ਦੇ ਰੂਪ ਵਿੱਚ। ਤੁਸੀਂ ਜਾ ਕੇ ਦੇਖ ਸਕਦੇ ਹੋ, ਪ੍ਰੈਸ ਤਾਂ ਹੁਣ ਤਕਰੀਬਨ ਫਿਰਦੀ ਆ, ਹਰ ਇੱਕ ਜਗ੍ਹਾ ਪਤਾ ਪ੍ਰੈਸ ਨੂੰ। ਸਾਡੇ ਨਾਲ ਹੋਰ ਵੀ ਵੀਰ ਨੇ, ਉਹਨਾਂ ਨਾਲ ਕਰਦੇ ਹਾਂ ਗੱਲ। ਹਾਂਜੀ, ਕੀ ਨਾਮ ਹੈ ਜੀ? ਮੇਰਾ ਨਾਮ, ਮੈਂ ਆਪਣੇ ਇਕਾਈ ਦਾ ਪ੍ਰਧਾਨ ਹਾਂ ਜੀ, ਗੁਰਜੰਟ ਸਿੰਘ ਜੀ। ਜੀ ਗੁਰਜੰਟ ਸਿੰਘ ਜੀ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਾਲੇ ਕਾਨੂੰਨ ਬਿੱਲ ਬਣੇ ਤੇ ਉਸ ਤੋਂ ਬਾਅਦ ਕਾਨੂੰਨ ਬਣ ਗਏ ਨੇ, ਮਨਜ਼ੂਰੀ ਮਿਲ ਗਈ ਆ, ਲਾਗੂ ਹੋ ਗਏ ਨੇ, ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਨੇ, ਪਰ ਮੋਦੀ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ? ਦੇਖੋ ਜੀ, ਪਹਿਲਾਂ ਤਾਂ ਮੈਂ ਤੁਹਾਡਾ ਪੱਤਰਕਾਰਾਂ ਨੂੰ ਵੈਲਡਨ ਜੀ ਆਇਆਂ ਨੂੰ ਕਹਿਣਾ। ਬਾਕੀ ਜਿਹੜਾ ਤੁਸੀਂ ਨੇ ਕੁਐਸਚਨ ਕਰਿਆ ਜੀ ਵੀ ਕਾਲੇ ਕਾਨੂੰਨ ਬਣ ਗਏ ਜੀ, ਇਹ ਕਾਲੇ ਕਾਨੂੰਨ ਬਣਾਉਣ ਵਾਲੇ ਵੀ ਇਹ ਸਰਕਾਰਾਂ ਪੇ ਨੇ। ਸਾਡੀ ਕੋਈ ਕਿਸਾਨ ਮਜ਼ਦੂਰ ਜਥੇਬੰਦੀ ਦੀ ਕੋਈ ਇਹਨਾਂ ਨੇ ਸਾਡੇ ਨਾਲ ਰਾਏ ਮਸਵਰੇ, ਕੋਈ ਇਹਨਾਂ ਨੇ ਪਾਰਲੀਮੈਂਟ ਵਿੱਚ ਸਾਡੀ ਜਥੇਬੰਦੀ ਨੂੰ ਕਿਸੇ ਨੂੰ ਕੋਈ ਇਹਨਾਂ ਨੇ ਬੁਲਾਵਾ ਨਹੀਂ ਭੇਜਿਆ, ਕੋਈ ਪ੍ਰਾਵਧਾਨ ਨਹੀਂ ਰੱਖਿਆ ਉਹਦੇ ਵਿੱਚ। ਆਪੇ ਹੀ ਇਹ ਕਾਨੂੰਨ ਬਣਾਉਣ ਵਾਲੇ ਨੇ, ਆਪੇ ਹੀ ਲਾਗੂ ਕਰਨ ਵਾਲੇ ਨੇ ਜੀ। ਜੇ ਗੱਲ ਕਰੀਏ ਰਿਲਾਇੰਸ ਪੰਪਾਂ ਦੀ, ਇਹ ਕਿੰਨਾ ਟਾਈਮ ਤੱਕ ਇੱਥੇ ਤੁਸੀਂ ਇਹਨਾਂ ਦਾ ਵਿਰੋਧ ਕਰਦੇ ਰਹੋਗੇ, ਹੋ ਇੱਦਾਂ ਘੇਰੇਂਗੇ? ਅਸੀਂ ਜਿੰਨਾ ਚਿਰ ਤੱਕ ਇਹਨਾਂ ਦੇ ਆਰਡੀਨੈਸਾਂ ਦਾ ਤੋੜ ਮਰੋੜ ਕੇ ਹਾਰ ਇਹਨਾਂ ਦੇ ਗਲਾਂ 'ਚ ਨਹੀਂ ਨਾ ਪਾਉਂਦੇ, ਉਹਨਾਂ ਚਿਰ ਅਸੀਂ ਇਹਨਾਂ ਦਾ ਘਰਾਓ ਕਰਾਂਗੇ। ਬਿਲਕੁਲ ਨਹੀਂ ਅਸੀਂ ਇੱਥੇ ਕਿਸੇ ਨੂੰ ਵੀ 1 ਲੀਟਰ ਦੀ ਵੀ ਇਜਾਜ਼ਤ ਦਿੰਦੇ ਤੇਲ ਪਾਉਣ ਦੀ। ਜੀ ਹਾਂਜੀ। ਜੇ ਗੱਲ ਅਕਾਲੀ ਦਲ ਦੀ ਕਰੀਏ, ਅਕਾਲੀ ਦਲ ਕਹਿੰਦਾ ਵੱਡੀ ਕੁਰਬਾਨੀ ਦੇਤੀ। ਹਾਂਜੀ। ਪਹਿਲਾਂ ਅਸਤੀਫਾ ਦਿੱਤਾ ਗਿਆ ਬੀਬਾ ਵੱਲੋਂ, ਤੇ ਹੁਣ ਉਹਨਾਂ ਨੇ ਆਪਣਾ ਜੋ ਨਾਤਾ ਸੀਗਾ 9 ਮਾਹ ਦਾ ਨਾਤਾ ਉਹ ਵੀ ਤੋੜ ਲਿਆ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਬਿਲਕੁਲ ਦਿਨ ਦੇ ਦੁਪਹਿਰੇ ਇਹ ਗਬਲ ਝੂਠ ਵੱਢੀ ਜਾਂਦੇ ਨੇ ਜੀ। ਕੋਈ ਨਹੀਂ, ਅੱਜ ਤੋਂ ਜੇ ਤੁਸੀਂ 3 ਮਹੀਨੇ ਦੀ ਸਟੇਟਮੈਂਟ ਪਹਿਲਾਂ ਦੇਖੋ, ਉਦੋਂ ਤਾਂ ਇਹ ਬੀਬਾ ਹਰਸਿਮਰਤ ਕੌਰ ਬਾਦਲ ਕਹਿੰਦੀ ਆ ਵੀ ਇਹਦੀ MSP ਲਾਗੂ ਆ ਜੀ। ਇਹ ਕੋਈ ਕਾਲਾ ਕਾਨੂੰਨ ਨਹੀਂ, ਇਹ ਤਾਂ ਕਿਸਾਨਾਂ ਨੂੰ ਵਿਰੋਧੀ ਤਰ੍ਹਾਂ ਗੁੰਮਰਾਹ ਕਰ ਰਹੀਆਂ ਨੇ। ਸੁਖਬੀਰ ਬਾਦਲ ਦੀ ਸਟੇਟਮੈਂਟ ਤੁਸੀਂ ਸੁਣ ਲਓ, ਉਹ ਵੀ ਇਹੀ ਕਹਿ ਰਹੇ ਨੇ। ਪਰ ਇਹ ਕੀ ਹੋ ਗਿਆ ਅਚਾਨਕ? ਇਹ ਸਿਰਫ ਇੱਕ ਆਪਦੀ ਡਿਗਰੀ ਕਾਜ ਨੂੰ ਬਚਾਉਣ ਵਾਸਤੇ ਨਾ ਇਹ ਡਰਾਮਾ ਕਰ ਰਹੇ ਨੇ। ਬਾਕੀ ਡਰਾਮੇ ਤੋਂ ਬਿਨਾਂ ਹੋਰ ਕੁਝ ਨਹੀਂ ਹੈ ਜੀ। ਲੇਕਿਨ ਹੁਣ ਹਿੰਦੁਸਤਾਨ ਦਾ ਕਿਸਾਨ ਜਾਗਰੂਕ ਹੋ ਗਿਆ, ਇਹਨਾਂ ਦੀਆਂ ਲੁੰਬੜ ਚਾਲਾਂ 'ਚ ਨਹੀਂ ਆਉਣ ਵਾਲਾ ਜੀ। ਜਿੱਦਾਂ ਕੱਲ ਚੰਡੀਗੜ੍ਹ ਨੂੰ ਰੋਸ ਪ੍ਰਦਰਸ਼ਨ ਕੀਤਾ ਗਿਆ, 3 ਤਖ਼ਤਾਂ ਤੋਂ ਇਹ ਅਲੱਗ-ਅਲੱਗ ਚੱਲੇ ਨੇ, ਤੁਹਾਨੂੰ ਲੱਗਦਾ ਉਹਦਾ ਕੋਈ ਸਟੈਂਡ ਹੈਗਾ ਤੀ, ਉਹਦਾ ਕੋਈ ਫਰਕ ਪਊਗਾ? ਇਦਾਂ ਦੇ ਰੋਸ ਪ੍ਰਦਰਸ਼ਨ ਜੇ ਇਹਨਾਂ ਨੇ ਜਾਣਾ ਸੀਗਾ ਤਾਂ ਦਿੱਲੀ ਨੂੰ ਕੂਚ ਕਰਦੇ। ਪੰਜਾਬ ਦੇ ਕਿਸਾਨ ਇਹ ਵੱਡਾ ਪ੍ਰਦਰਸ਼ਨ ਕਰ ਰਹੇ ਨੇ ਤੇ ਇਹ ਕੀ ਕਰਨਗੇ? ਕਿਉਂ ਜੀ, ਜਿਹੜਾ ਤੁਸੀਂ ਇਹ ਟਰੈਕਟਰਾਂ ਦਾ ਇਹਨਾਂ ਦਾ ਪ੍ਰਦਰਸ਼ਨ ਬਾਰੇ ਦੱਸ ਰਹੇ ਹੋ, ਇਹ ਤਾਂ ਬਿਲਕੁਲ, ਮੈਂ ਪਹਿਲਾਂ ਵੀ ਤੁਹਾਨੂੰ ਗੱਲ ਦੱਸਿਆ ਵੀ ਇਹ ਬਿਲਕੁਲ ਡਰਾਮਾ ਹੈ ਇਹਨਾਂ ਦਾ। ਇਹਨਾਂ ਦੀ ਸਭ ਘੜੀ ਮਿੱਥੀ ਸਾਜ਼ੀ ਇਹ ਕੁਛ ਨਹੀਂ। ਲੇਕਿਨ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਕਿਸਾਨ ਜਾਗਰੂਕ ਆ ਜੀ। ਕੁਛ ਨਹੀਂ, ਇੱਕ ਡਰਾਮੇ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਹੈ ਜੀ। ਕਿਉਂਕਿ ਇਹਨਾਂ ਨੂੰ ਅਸੀਂ ਕੁਰਸੀ ਤੇ ਬਿਠਾਉਣ ਵਾਲੇ ਤੇ ਅਸੀਂ ਇਹਨਾਂ ਨੂੰ ਥੱਲੇ ਲਾਉਣ ਵਾਲੇ ਜੀ। ਤੁਹਾਨੂੰ ਲੱਗਦਾ ਅਕਾਲੀ ਦਲ ਦੀ ਹੋਂਦ ਬਚੂਗੀ ਪੰਜਾਬ 'ਚ? ਅਕਾਲੀ ਦਲ ਅੱਗੇ 2022 'ਚ ਚੋਣਾਂ ਲੜ ਸਕੂਗਾ? ਬਿਲਕੁਲ ਨਹੀਂ ਜੀ, ਸਾਡੇ ਮੁਤਾਬਕ ਤਾਂ ਨਹੀਂ ਬਚਦੀ। ਕਿਉਂ ਨਹੀਂ ਬਚਦੀ? ਕਿਉਂਕਿ ਅਸੀਂ ਹੁਣ ਤੱਕ ਇਹਨਾਂ ਨੂੰ ਅਸੀਂ ਉਹ ਲੀਡਰ ਬਣਾਉਂਦੇ ਰਹੇ, ਇਹਨਾਂ ਨੂੰ MP, ਅਸੀਂ ਉਹ CM ਬਣਾਉਂਦੇ ਆਏ ਜੀ। ਪਰ ਲੇਕਿਨ ਅਸੀਂ ਇਹਨਾਂ ਨੂੰ ਕਰੋੜਾਂ ਹੀ ਵੋਟਾਂ ਦਿੱਤੀਆਂ। ਇਹ ਸਾਡੇ ਉਹਦੇ ਵਿੱਚ ਆਰਡੀਨੈਂਸ ਦੇ ਵਿਰੁੱਧ ਇਹ 4 ਵੋਟਾਂ ਵੀ ਨਹੀਂ ਭੁਗਤੇ ਹੈਗੇ। ਪਰ ਲੇਕਿਨ ਹੁਣ ਜੋ ਕੁਛ ਮਰਜ਼ੀ ਕਹੀ ਜਾਣਾ, ਅਸੀਂ ਐਂ ਕਰ ਦਾਂਗੇ, ਅਸੀਂ ਬਾਹ ਕਰ ਦਾਂਗੇ। ਬਿਲਕੁਲ ਨਹੀਂ, ਪਬਲਿਕ ਇਹਨਾਂ ਦੇ ਝਾਂਸੇ 'ਚ ਆਊ ਜੀ। ਬਲਕਿ ਯੂਥ ਵਿੰਗ ਸਾਡੇ ਨਾਲ ਖੜਾ ਜੀ। ਕੋਈ ਇਹਨਾਂ ਦੀ ਚਾਲ ਹੁਣ ਅਸੀਂ ਚੱਲਣ ਨਹੀਂ ਦੇਣੀ ਜੀ। ਵੀਰ ਜੀ, ਜੇ ਗੱਲ ਕੀਤੀ ਜਾਵੇ ਕਿਸਾਨ ਜਥੇਬੰਦੀਆਂ ਦੇ ਧਰਨਿਆਂ ਦੀ, ਵਿੱਚ ਇਦਾਂ ਦੇ ਵੀ ਆਨਸਰ ਛੱਡੇ ਗਏ ਨੇ ਜੋ ਇਹਨਾਂ ਨੂੰ ਢਾਹ ਲਾਉਣੀ ਚਾਹੁੰਦੇ ਨੇ ਕਿਸਾਨਾਂ ਦੇ ਧਰਨੇ ਨੂੰ। ਜਿੱਦਾਂ ਸੰਭੂ ਬੈਰੀਅਰ ਦੀ ਗੱਲ ਕੀਤੀ ਜਾਵੇ, ਖਾਲਿਸਤਾਨ ਦੇ ਨਾਅਰੇ ਲੱਗੇ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਨਹੀਂ, ਦੇਖੋ ਜੀ, ਉਹਨਾਂ ਦੀ ਵਿਚਾਰਧਾਰਾ ਇੱਕ ਅਲੱਗ ਹੋ ਸਕਦੀ ਹੈ। ਜਿਹੜੇ ਸਾਡੇ ਜਥੇਬੰਦੀ ਨਾਲ ਕੋਈ ਵੀ ਨਵੀਂ ਜਨਰੇਸ਼ਨ ਸਾਡੇ ਨਾਲ ਤੁਰਦੀ ਹੈ, ਅਸੀਂ ਉਹਨਾਂ ਨੂੰ ਬਹੁਤ ਸਮਝਾ ਕੇ ਤੋਰੀਂਦਾ
ਵੀ ਕੋਈ ਇਦਾਂ ਦੀ ਆਪਣੇ ਕੋਈ ਗਲਤੀ ਨਹੀਂ ਕਰਨੀ। ਅੱਜ ਵੀ ਅਸੀਂ ਸਵੇਰ ਤੋਂ ਧਰਨਾ ਲਾਇਆ ਰਿਲਾਇੰਸ ਪੰਪ ਤੇ। ਅਸੀਂ ਪਹਿਲਾਂ ਹੀ ਸਮਝਾਉਂਦੇ ਵੀ ਕੋਈ ਆਪਣੇ ਨੁਕਸਾਨ ਨਹੀਂ ਕਰਨਾ, ਪ੍ਰਾਪਰਟੀ ਨੁਕਸਾਨ ਨਾ ਹੋਵੇ। ਸੋ ਆਪਣੇ ਜਿਹੜੇ ਮੰਗਾਂ ਨੇ, ਆਪਣਾ ਵਿਰੋਧ ਹੈ ਉਹ ਸਰਕਾਰ ਤੱਕ ਅਸੀਂ ਪਹੁੰਚਾਉਣ ਦੀ, ਸ਼ਾਂਤਮਈ ਪਹੁੰਚਾਉਣ ਦੀ ਚਾਹਾਂਗੇ। ਵਿੱਚ ਇਦਾਂ ਦੇ ਸ਼ਰਾਰਤੀ ਅਨਸਰ ਵੀ ਰਲ ਸਕਦੇ ਨੇ। ਤੁਸੀਂ ਪੰਪ ਤੇ ਧਰਨਾ ਲਾਇਆ, ਕੋਈ ਵੱਡੀ ਘਟਨਾ ਵੀ ਵਾਪਰ ਸਕਦੀ ਆ, ਇਸ ਬਾਰੇ ਤੁਸੀਂ ਕੀ ਕਹੋਗੇ? ਨਹੀਂ ਦੇਖੋ, ਉਹਦੇ ਤੇ ਜਥੇਬੰਦੀ ਦਾ ਕੋਈ ਲੈਣ ਦੇਣ ਨਹੀਂ ਹੈਗਾ। ਤੇ ਜੇ ਹੁਣ ਸਰਕਾਰ ਆਪਦੀ ਕੋਈ ਸਿਆਸਤ ਕਰਨਗੀਆਂ, ਅਸੀਂ ਉਹਦੀ ਮਾਗਰ ਵੀ ਨਹੀਂ ਜਾਂਦੇ ਜੇ ਕੋਈ ਬੰਦਾ ਕੋਈ ਗਲਤ ਕੰਮ ਕਰਦਾ ਜੀ ਹਾਂ। ਅੱਗੇ ਦੇ ਸੰਘਰਸ਼ ਕਿੱਦਾਂ ਲਿਖ ਕੇ ਜਾਣਗੇ? ਅੱਗੇ ਦੇ ਸੰਘਰਸ਼ ਇਦੋਂ ਜ਼ਿਆਦਾ ਵਿੱਢਿਆ ਜਾਊਗਾ ਜੀ। ਤੇ ਜੇ ਹੁਣ ਸਰਕਾਰ, ਚਲੋ ਸਾਡਾ ਸਿੰਭੂ ਬਾਰਡਰ ਤੇ ਲੱਗਿਆ ਪੱਕਾ ਮੋਰਚਾ, ਜੇ ਕੋਈ ਸਰਕਾਰ ਨਹੀਂ ਸੁਣੇ ਤਾਂ ਸਾਨੂੰ ਦਿੱਲੀ ਵੱਲ ਵੀ ਜਾਣਾ ਪੈ ਸਕਦਾ। ਜਾਵਾਂਗੇ ਜ਼ਰੂਰ। ਤੇ ਕਿਸਾਨ ਤਾਂ ਇੱਥੋਂ ਕੱਦੇ ਕਚੀਚੀਆਂ ਵੱਢਦੇ ਨੇ ਵੀ ਚਲੋ ਸਾਨੂੰ ਲੈ ਕੇ ਚੱਲੋ ਉੱਥੇ। ਜੀ ਲੱਗਦਾ ਨਹੀਂ ਇੱਕ ਪਾਸੇ ਤਾਂ ਝੋਨੇ ਦਾ ਸੀਜ਼ਨ ਆ ਗਿਆ, ਕਿਸਾਨਾਂ ਨੇ ਝੋਨਾ ਸਾਂਭਣਾ ਆਪਣਾ, ਉਸ ਤੋਂ ਬਾਅਦ ਕਣਕ ਦੀ ਬਿਜਾਈ ਕਰਨੀ ਆ, ਤੇ ਤੁਹਾਨੂੰ ਲੱਗਦਾ ਨਹੀਂ ਵੀ ਸੰਘਰਸ਼ 'ਚ ਢਿੱਲ ਪਊਗੀ ਜਾਂ ਕਿਸਾਨ ਉਧਰ ਬਿਜੀ ਹੋ ਜਾਣਗੇ? ਬਿਲਕੁਲ ਨਹੀਂ ਢਿੱਲ ਪੈਂਦੀ ਜੀ। ਸਾਡਾ ਪਿਛੇ ਵੀ 30 ਸਤੰਬਰ ਨੂੰ ਤੋਂ ਧਰਨਾ ਲੱਗਿਆ ਸੀ ਆਪਣੇ ਬਰਨਾਲੇ ਜੀ, ਤੇ ਮਨਜੀਤ ਸਿੰਘ ਦੀ ਧਨੇਰ ਦੀ ਰਿਹਾਈ ਵਾਸਤੇ। ਤੇ ਅਸੀਂ ਤਾਂ ਉਦੋਂ ਵੀ ਢਿੱਲ ਨਹੀਂ ਵਰਤੀ। ਹੁਣ ਤਾਂ ਸਾਡਾ ਮੁੱਦਾ ਬਹੁਤ ਵੱਡਾ ਹੈ, ਅਸੀਂ ਤਾਂ ਕੋਈ ਢਿੱਲ ਨਹੀਂ ਵਰਤਾਂਗੇ। ਸਾਡੇ ਕਿਸਾਨ ਤਾਂ ਕਹਿੰਦੇ ਨੇ ਵੀ ਅਸੀਂ ਕੰਮ, ਸਾਨੂੰ ਇੱਕ ਪਾਸੇ ਰਹਿ ਗਿਆ ਕੰਮ, ਸਾਡਾ ਰਹਿ ਕੀ ਗਿਆ ਉਰੇ। ਅਸੀਂ ਤਾਂ ਕਿਸਾਨ ਸਾਨੂੰ ਇਹ ਕਹਿੰਦੇ ਨੇ ਵੀ ਜੇ ਕਿਸਾਨੀ ਨਾ ਵੀ ਅਸੀਂ ਕੈਲ ਕੰਮ ਕਰਾਂਗੇ ਕੀ। ਤੇ ਜਿਹੜੀਆਂ ਮੋਦੀ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਵੀ ਇਹ ਬਿਲਕੁਲ ਵੀ ਕਿਸਾਨਾਂ ਦੇ ਹੱਕ 'ਚ ਹੈ, ਇਹ 'ਚ ਕੋਈ ਏਰ-ਫੇਰ ਨਹੀਂ, ਸਾਰਾ ਕੰਮ ਜਿੱਦਾਂ ਹੈਗਾ ਪ੍ਰੋਪਰ ਉਦਾਂ ਹੀ ਚੱਲੂ। ਜਥੇਬੰਦੀਆਂ ਨੂੰ ਲੱਗਦਾ ਇਹ ਉਦਾਂ ਹੋਊਗਾ? ਦੇਖੋ, ਜੇ ਕਿਸਾਨਾਂ ਦੇ ਹੱਕ 'ਚ ਹੁੰਦਾ ਫਿਰ ਜੇ ਮਾਰ ਕੇ ਇਹਨਾਂ ਨੂੰ ਘੋਲ ਕੇ ਦਵਾਈ ਬਣਾਉਣ ਦੀ ਕੀ ਲੋੜ ਹੈ? ਜਦੋਂ ਕਿ ਕਿਸਾਨ ਕਹਿੰਦੇ ਮੈਨੂੰ ਇਹ ਚੀਜ਼ ਦੀ ਜ਼ਰੂਰਤ ਨਹੀਂ ਹੈ, ਕਿਸਾਨ ਦਾ ਭਲਾ ਕਿਉਂ ਕਰਦੇ ਜਦੋਂ ਕਿਸਾਨ ਕਰਾਉਣਾ ਹੀ ਨਹੀਂ ਚਾਹੁੰਦਾ। ਸੋ ਇਹ ਦੇਖੋ, ਇਹ ਉਹਨਾਂ ਦੇ ਆਪਦੇ ਘਰਾਣਿਆਂ ਦੇ ਹੱਕ 'ਚ ਹੈ, ਉਹ ਆਪਦਾ ਭਲਾ ਕਰਾਉਣਾ ਚਾਹੁੰਦੇ ਨੇ। ਆਰਡੀਨੈਂਸ ਨੂੰ ਲਾਗੂ ਕਰਕੇ ਕਿਸਾਨਾਂ ਦੇ ਬਿਲਕੁਲ ਨਹੀਂ ਹੱਕ 'ਚ ਹੈਗੇ। ਇਹ ਜੀਓ ਵਾਲਾ ਲੋਲੀਪੋਪ ਆ, ਸਾਰੇ ਗਿਣਿਆ ਮਿੱਥਿਆ। ਪਹਿਲਾਂ ਜੀਓ ਸਿਮ ਵੀ ਫ੍ਰੀ ਚੱਲਿਆ, ਤੇ ਉਸ ਤੋਂ ਬਾਅਦ ਹੁਣ ਨੈੱਟ ਪੈਕ ਪੈਂਦਾ, ਪਹਿਲਾਂ 299 'ਚ ਕਰਿਆ, ਹੁਣ 600 'ਚ ਪੈ ਰਿਹਾ। ਤੇ ਇਦਾਂ ਹੀ ਫਿਰ ਗਾਹਾਂ ਸਾਡੇ ਨਾਲ ਮੰਡੀਆਂ 'ਚ ਹੋਣਾ। ਹੁਣ ਆਪਣੇ ਇਲਾਕੇ 'ਚ, ਆਪਣੇ ਭਾਦਸੋਂ ਦੇ ਏਰੀਏ 'ਚ, ਮਲੋਹ ਦੇ ਏਰੀਏ 'ਚ ਕਿਸਾਨ ਜਥੇਬੰਦੀਆਂ ਵੱਲੋਂ ਕਿੱਦਾਂ ਦੇ ਸੰਘਰਸ਼ ਲਿਖ ਕੇ ਗਏ ਨੇ ਅੱਗੇ? ਦੇਖੋ ਜੀ, ਸਾਨੂੰ ਹੁਣ ਭਾਦਸੋਂ ਬਲਾਕ ਦੇ ਵਿੱਚੋਂ 10-10 ਪਿੰਡ ਲਾਏ ਗਏ ਨੇ ਵੀ ਉਹਨਾਂ ਨੇ 24 ਘੰਟੇ ਉੱਥੇ ਲਾ ਕੇ ਆਉਣੇ ਨੇ। ਉਸ ਤੋਂ ਬਾਅਦ ਉਹਨਾਂ ਨੂੰ 7ਵੇਂ ਦਿਨ ਵਾਰੀ ਆਉਂਦੀ ਹੈ। ਕੋਈ ਕਿਸੇ ਵੀ ਜਥੇਬੰਦੀ ਨਾਲ ਪਿੰਡ 'ਚ ਬੈਠੇ ਕਿਸੇ ਨਾਲ ਰਿਲੇਟਡ ਆ, ਅਸੀਂ ਇਕੱਠੇ ਜਾਂਦੇ ਆ, ਇਕੱਠੇ ਆਉਂਦੇ ਆ। ਸਾਡਾ ਮੋਰਚਾ ਇੱਕ ਹੈ, ਸਾਡਾ ਜਿਹੜਾ ਗਾਹਾਂ ਸੰਘਰਸ਼ ਹੈ ਉਹ ਇੱਕ ਹੈ। ਅੱਗੇ ਤੁਹਾਨੂੰ ਲੱਗਦਾ ਕਿਸਾਨ ਜਥੇਬੰਦੀਆਂ ਇਹ ਵਾਪਸ ਕਰਾ ਕੇ ਹਟਣਗੀਆਂ? ਬਿਲਕੁਲ ਜੀ, ਬਿਲਕੁਲ। ਦੇਖੋ, ਨਾ ਤਾਂ ਹੁਣ ਉਹ ਅੱਗੇ ਵਾਲਾ ਕਿਸਾਨ ਰਿਹਾ, ਜਥੇਬੰਦੀਆਂ ਵੀ ਚਲੋ ਅੱਗੇ, ਚਲੋ ਕੁਝ ਲੀਡਰਾਂ ਨੇ ਥੋੜਾ ਜਿਹਾ ਬਹੁਤਾ ਧੋਖਾ ਕਰਿਆ ਕਿ ਇਹਦੇ ਵਿੱਚ ਯੂਨੀਅਨ 'ਚ ਵੜ ਕੇ। ਪਰ ਹੁਣ ਜਿਹੜਾ ਨਵੀਂ ਗੈਲ ਜਨਰੇਸ਼ਨ ਆ ਉਹ ਸਾਰੀ ਜਾਗਰੂਕ ਹੈ। ਸੋਸ਼ਲ ਮੀਡੀਆ ਰਾਹੀਂ ਕੋਈ ਇਸ ਤਰ੍ਹਾਂ ਦੀ ਇਹ ਨਹੀਂ ਹੋਗਾ ਵੀ ਹੇਰ-ਫੇਰ ਹੋ ਜੂਗੀ ਜਾਂ ਕੋਈ ਆਪਦਾ ਜ਼ਮੀਰ ਵੇਚ ਕੇ ਘਰ ਨੂੰ ਆ ਜੂ। ਤੇ ਸਾਨੂੰ ਵੀ ਆਪਦੇ ਲੀਡਰਾਂ 'ਤੇ ਪੂਰਾ ਭਰੋਸਾ ਹੈ ਵੀ ਉਹਨਾਂ ਦੇ ਜ਼ਮੀਰ ਦੇ ਆਸਰੇ ਅਸੀਂ ਬੈਠੇ ਹਾਂ। ਤੇ ਸਾਡੇ ਪਹਿਲਾਂ ਵੀ ਮਨਜੀਤ ਸਿੰਘ ਧਨੇਰ ਵੀ ਅਸੀਂ ਜ਼ਮੀਰ ਦੇ ਸਹਾਰੇ ਹੀ ਆਜ਼ਾਦ ਕਰਾਏ ਹੈ। ਅਸੀਂ ਕਿਹੜਾ ਕੋਈ ਉਹਨਾਂ ਤੋਂ ਮਾਫੀ ਮੰਗੀ ਹੈ, ਅਸੀਂ ਆਪਣੇ ਦੱਬ ਕੇ ਹੱਕ ਲਿਆ ਆਪਦਾ। ਜੀ ਧੰਨਵਾਦ ਜੀ। ਹਾਂਜੀ, ਇਹ ਸਨ ਭਾਰਤੀ ਕਿਸਾਨ ਯੂਨੀਅਨ ਏਕਤਾ ਟਿਕਾਉਂਦਾ ਦੇ ਆਗੂ, ਜਿਨ੍ਹਾਂ ਦਾ ਕਹਿਣਾ ਹੈ ਕਿ ਹਰ ਇੱਕ ਸੰਘਰਸ਼ ਸੋਚ ਸਮਝ ਕੇ ਅਤੇ ਰਣਨੀਤੀ ਨਾਲ ਲੜਿਆ ਜਾਊਗਾ ਤਾਂ ਕਿ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨੂੰ ਕੋਈ ਵੀ ਸਿਆਸੀ ਪਾਰਟੀ ਜਾਂ ਸ਼ਰਾਰਤੀ ਅਨਸਰ ਢਾਹ ਨਾ ਲਾ ਸਕਣ। ਤੇ ਇਹ ਆਰਡੀਨੈਂਸ ਨੇ ਜੋ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਨੇ ਹਰ ਹਾਲਤ 'ਚ ਵਾਪਸ ਕਰਾਏ ਜਾਣਗੇ। ਇਹਦੇ ਲਈ ਚਾਹੇ ਕਿਸਾਨਾਂ ਨੂੰ ਦਿੱਲੀ ਕੂਚ ਕਰਨਾ ਪਵੇ। ਹਾਲਾਂਕਿ ਕਿਸਾਨਾਂ ਦੀ ਝੋਨੇ ਦੀ ਫਸਲ ਪੱਕ ਕੇ ਤਿਆਰ ਆ, ਇਹਨਾਂ ਨੇ ਮੰਡੀਆਂ 'ਚ ਆਪਣੀ ਝੋਨੇ ਦੀ ਫਸਲ ਵੀ ਲੈ ਕੇ ਜਾਣੀ ਆ, ਆਪਣਾ ਕਣਕ ਦੀ ਬਿਜਾਈ ਵੀ ਕਰਨੀ ਆ। ਫਿਰ ਵੀ ਕਿਸਾਨ ਇਸ ਕਾਲੇ ਕਾਨੂੰਨ ਦੇ ਵਿਰੁੱਧ ਆਪਣੇ ਧਰਨਿਆਂ 'ਚ ਡਟੇ ਹੋਏ ਨੇ ਤੇ ਬਿੱਲ ਵਾਪਸ ਕਰਾਉਣ ਦੀਆਂ ਫੁੱਲ ਜ਼ੋਰ ਕੋਸ਼ਿਸ਼ਾਂ ਕਰ ਰਹੇ ਨੇ ਅਤੇ ਦਾਅਵੇ ਕਰ ਰਹੇ ਨੇ ਕਿ ਅਸੀਂ ਇਹ ਬਿੱਲ ਵਾਪਸ ਕਰਾ ਕੇ ਹਟਾਂਗੇ। ਭਾਦਸੋਂ ਤੋਂ ਮਨਵਿੰਦਰ ਸਿੰਘ ਟਿਵਾਣਾ, ਪੰਜਾਬੀ ਲੋਕ ਚੈਨਲ।